ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੇਰੇ ਨਾਲ ਐਕਸਪਰਟ ਦੇ ਤੌਰ ਦੇ ਉੱਤੇ ਸਰਦਾਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ, ਜੋ ਕੁਝ ਕਿਸਾਨਾਂ ਦੇ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਤੋਂ ਲੈ ਕੇ ਹੁਣ ਤੱਕ, ਉਸ ਤੋਂ ਪਹਿਲਾਂ ਅੰਦੋਲਨ ਦੇ ਵਿੱਚ ਜੋ ਕੁਝ ਬੀਤਿਆ ਉਹਦੇ ਉੱਤੇ, ਉਹਦੀ ਸਥਿਤੀ ਦੇ ਉੱਤੇ ਕਿ ਅੱਜ ਅੰਦੋਲਨ ਕਿੱਥੇ ਖੜਾ ਹੈ, ਕੀ ਇਹ ਅੰਦੋਲਨ ਹੋਰ ਲੰਬਾ ਚੱਲ ਸਕਦਾ ਹੈ ਜਾਂ 2024 ਤੱਕ ਚੱਲ ਸਕਦਾ ਹੈ, ਜਾਂ ਸਰਕਾਰਾਂ ਦੀ ਸਥਿਤੀ ਜਿਹੜੀ ਹੈ ਉਹ ਕਿੱਥੇ ਤੱਕ ਜਿਹੜੀ ਹੁਣ ਖੜੀ ਹੈ ਅੱਜ ਦੇ ਹਾਲਾਤ ਦੇ ਵਿੱਚ, ਸਿਆਸਤ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਪ੍ਰਭਾਵਿਤ ਕਰ ਰਹੀ ਹੈ ਜਾਂ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕਿਸ ਤਰ੍ਹਾਂ ਸਿਆਸਤ ਹੋ ਰਹੀ ਹੈ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ ਲੋਕਰਾਣ ਚੈਨਲ। ਧੰਨਵਾਦ ਜੀ। ਸੰਧੂ ਸਾਹਿਬ, ਕਿੱਦਾਂ ਦੇਖਦੇ ਹੋ ਅੱਜ ਕਿਸਾਨੀ ਅੰਦੋਲਨ ਦੀ ਅੱਜ ਦੀ ਸਥਿਤੀ ਬਾਰੇ? ਤੁਹਾਡਾ ਕੀ ਮੰਨਣਾ ਹੈ ਕਿ ਕੀ, ਜਿਵੇਂ ਮੈਂ ਕਿਹਾ ਕਿ ਅੰਦੋਲਨ ਲੰਬਾ ਚੱਲ ਸਕਦਾ? ਕਿਸਾਨੀ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਆਪਣੀ ਤਕਰੀਬਨ ਉਸੇ ਰਫ਼ਤਾਰ ਨਾਲ ਚੱਲ ਰਿਹਾ ਹੈ। ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਇੱਥੋਂ ਜਾਣ ਵਾਲੇ ਕਿਸਾਨਾਂ ਨੇ ਕਿਹਾ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਹਾਂ, ਤਾਂ ਬਹੁਤ ਲੋਕਾਂ ਨੇ ਇਸ ਗੱਲ ਨੂੰ ਮਜ਼ਾਕ ਦੇ ਤੌਰ ਤੇ ਲਿਆ ਕਿ ਅੰਦੋਲਨ ਵੀ 6-6 ਮਹੀਨੇ ਚੱਲਦੇ ਆ। ਪਹਿਲਾਂ ਜਿਹੜੇ ਵੀ ਵੱਖ-ਵੱਖ ਸੂਬਿਆਂ ਤੋਂ ਅੰਦੋਲਨ ਕਰਨ ਵਾਲੇ ਦਿੱਲੀ ਵਿਅਕਤੀ ਪਹੁੰਚਦੇ ਸੀ, ਉਹ ਕੋਈ 2 ਦਿਨ 4 ਦਿਨ 6 ਦਿਨ 10 ਦਿਨ ਲਾ ਕੇ ਵਾਪਸ ਪਰਤ ਜਾਂਦੇ ਸੀ। ਪਰ ਜਦੋਂ 6 ਮਹੀਨੇ ਜਾਂ 7 ਮਹੀਨੇ ਲੰਘ ਗਏ ਤਾਂ ਹੁਣ ਅੰਦੋਲਨ ਕਰਨ ਵਾਲਿਆਂ ਨੂੰ ਤੇ ਜਿਨ੍ਹਾਂ ਲਈ ਉਹ ਅੰਦੋਲਨ ਕਰ ਰਹੇ ਆ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕਿ ਮਾਮਲਾ ਕਿਸੇ ਸਿਰੇ ਲਾਏ ਬਿਨਾ ਇਹ ਅੰਦੋਲਨਕਾਰੀ ਪਿੱਛੇ ਹਟਣ ਵਾਲੇ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਮੇਂ ਨਾਲ ਜਿਹੜਾ ਸਾਡਾ ਮੀਡੀਆ ਹੈ ਇਹਨੂੰ ਕੁਝ ਤਾਜ਼ਾ ਚਾਹੀਦਾ ਹੁੰਦਾ ਹੈ, ਤੇ ਕਿਸਾਨੀ ਅੰਦੋਲਨ ਹੁਣ 7 ਮਹੀਨਿਆਂ ਤੋਂ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਸ਼ਾਇਦ ਮੀਡੀਆ ਨੂੰ ਦੇਣ ਵਾਲੀ ਉਹ ਤੜਕ ਭੜਕ ਜਾਂ ਉਹ ਪ੍ਰੋਗਰਾਮ ਨਹੀਂ ਰਿਹਾ, ਜਿਸ ਕਰਕੇ ਅੱਜ ਕਿਸਾਨੀ ਅੰਦੋਲਨ ਹੈ ਜਿਹੜਾ ਉਹ ਖਬਰਾਂ ਦੇ ਵਿੱਚ ਸ਼ਾਇਦ ਪਹਿਲੇ ਦੂਜੇ ਜਾਂ ਤੀਜੇ ਥਾਂ ਤੇ ਆਪਾਂ ਕਹਿ ਸਕਦੇ ਹਾਂ ਚਲਿਆ ਗਿਆ। ਪਹਿਲੇ ਥਾਂ ਤੇ ਪੰਜਾਬ ਦੇ ਵਿੱਚ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ, ਕੁਝ ਹੋਰ ਸਰਗਰਮੀਆਂ ਸ਼ੁਰੂ ਹੋਈਆਂ। ਦੂਸਰੇ ਨੰਬਰ ਤੇ ਜਿਹੜੇ ਦਲ ਬਦਲੂ ਹੈ ਜਾਂ ਇੱਥੋਂ ਦੀਆਂ ਇਨਕੁਆਇਰੀ, ਸਿੱਟ ਜਾਂ ਬੇਅਦਬੀਆਂ ਦੇ ਮਾਮਲੇ ਆ ਗਏ ਆ। ਇਸ ਕਰਕੇ ਭਾਵੇਂ ਕਿਸਾਨੀ ਅੰਦੋਲਨ ਹੈ ਜਿਹੜਾ ਉਹ ਖਬਰਾਂ ਦੇ ਵਿੱਚ ਨਹੀਂ ਹੈ, ਪਰੰਤੂ ਫਿਰ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਆਪਣੇ ਉਸੇ ਜਾਹੋ ਜਲਾਲ ਨਾਲ ਚੱਲ ਰਿਹਾ ਹੈ। ਤੇ ਜਿਹੜਾ ਮੈਨੂੰ ਲੱਗਦਾ ਵੀ ਕੱਲ ਇਹਨਾਂ ਨੇ ਗਵਰਨਰਸ ਨੂੰ ਮੈਮੋਰੰਡਮ ਦੇਣ ਵਾਲੀ ਗੱਲ ਕੀਤੀ ਹੈ, ਉਹ ਇੱਕ ਵਾਰੀ ਅੰਦੋਲਨ ਨੇ ਆਪਣੇ ਆਪ ਨੂੰ ਫੋਰਫਰੰਟ ਤੇ ਲਿਆਉਣ ਲਈ, ਅੰਦੋਲਨ ਨੇ ਆਪਣੇ ਆਪ ਨੂੰ ਲੋਕਾਂ ਨਾਲ ਜੋੜਨ ਲਈ, ਅੰਦੋਲਨ ਨੇ ਆਪਣਾ ਅਕਸ ਹੈ ਜਿਹੜਾ ਉਸ ਦੇ ਬਾਰੇ ਸਰਕਾਰ ਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸਾਡੇ ਕੋਲੇ ਹਲੇ ਤੱਕ ਸਮਰੱਥਾ ਵੀ ਹੈ, ਸਾਡੇ ਕੋਲੇ ਕਾਡਰ ਵੀ ਹੈ, ਸਾਡੇ ਕੋਲੇ ਸ਼ਕਤੀ ਵੀ ਹੈ ਕਿ ਅਸੀਂ ਜੋ ਚਾਹੀਏ ਉਸ ਕਿਸਮ ਦਾ ਇਕੱਠ ਕਿਸੇ ਵੀ ਜਗ੍ਹਾ ਤੇ ਕਰ ਸਕਦੇ ਹਾਂ। ਤੇ ਸਭ ਤੋਂ ਮਹੱਤਵਪੂਰਨ ਗੱਲ ਕੱਲ ਦੀ ਇਹ ਰਹੀ, ਪਿਛਲੇ ਦਿਨਾਂ 'ਚ ਕਿਸਾਨੀ ਅੰਦੋਲਨ ਤੇ ਇਹ ਦਾਗ ਲੱਗਿਆ ਸੀ ਕਿ ਸ਼ਾਇਦ ਇਹ ਬੇਮੁਹਾਰਾ ਚੱਲਣ ਵਾਲੀ ਕੋਈ ਚੀਜ਼ ਹੈ। ਕੱਲ ਜਦੋਂ ਵਿਗਿਆਪਨ ਹੈ ਜਿਹੜਾ ਉਹ ADC ਗਵਰਨਰ ਨੂੰ ਸੌਂਪਿਆ ਗਿਆ, ਉਸ ਤੋਂ ਬਾਅਦ ਕਿਸਾਨੀ ਲੀਡਰਾਂ ਨੇ ਇਹ ਹਦਾਇਤ ਕੀਤੀ ਕਿ ਹੁਣ ਆਪਣਾ ਕੰਮ ਹੈ ਜਿਹੜਾ ਉਹ ਪੂਰਾ ਹੋ ਗਿਆ, ਸਾਡਾ ਜਿਹੜਾ ਇਹ ਪ੍ਰੋਟੈਸਟ ਸੀ ਉਸ ਨਾਲ ਅਸੀਂ ਜੋ ਕੁਝ ਦਰਜ ਕਰਵਾਉਣਾ ਸੀ ਉਹ ਕਰਵਾਤਾ ਤੇ ਹੁਣ ਆਪਾਂ ਵਾਪਸ ਚੱਲ ਗਏ। ਤਕਰੀਬਨ ਸ਼ਾਂਤੀ ਦੇ ਨਾਲ ਸਾਰੇ ਅੰਦੋਲਨਕਾਰੀ ਕਿਸਾਨ ਹੈ ਜਿਹੜੇ ਵੱਡੀ ਗਿਣਤੀ ਦੇ ਵਿੱਚ ਗਏ ਸੀ ਉਹ ਵਾਪਸ ਆ ਗਏ। ਮੈਨੂੰ ਲੱਗਦਾ ਕਿ ਘੱਟੋ ਘੱਟ ਅੱਜ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਕਿਸਾਨ ਅੰਦੋਲਨ ਨੇ ਇੱਕ ਵਾਰੀ ਫਿਰ ਇਹ ਦੱਸਤਾ ਹੈ ਕਿ ਉਹਦੇ ਵਿੱਚ ਸ਼ਕਤੀ ਵੀ ਹੈ, ਉਹਦੇ ਵਿੱਚ ਸੰਘਰਸ਼ ਦਾ ਮਾਦਾ ਵੀ ਹੈ, ਤੇ ਉਹ ਕਿਸੇ ਵੀ ਤਰੀਕੇ ਨਾਲ ਹਲੇ ਮੱਠਾ ਨਹੀਂ ਪਿਆ। ਤਾਂ ਲੱਗਦਾ ਨਹੀਂ ਕਿ ਇਸ ਸ਼ਕਤੀ ਦੀ ਸਿਆਸੀ ਤੌਰ ਦੇ ਉੱਤੇ ਹੁਣ ਕਿਸਾਨਾਂ ਨੂੰ ਵੀ ਵਰਤੋਂ ਕਰ ਲੈਣੀ ਚਾਹੀਦੀ ਹੈ? ਦੇਖੋ, ਸਿਆਸਤ ਦੀ ਵਰਤੋਂ ਕਰਨੀ ਦੋ ਧਾਰੀ ਤਲਵਾਰ ਹੈ। ਇੱਕ ਤਾਂ ਇਹ ਹੈ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿੰਨੇ ਵੀ ਵੱਖ-ਵੱਖ ਧਿਰਾਂ ਦੇ ਲੋਕ ਬੈਠੇ ਹੋਏ ਹੈ ਉਹ ਮੋਟੇ ਤੌਰ ਤੇ 2 ਹਿੱਸਿਆਂ ਦੇ ਵਿੱਚ ਵੰਡੇ ਜਾਂਦੇ ਆ ਜਦੋਂ ਸਿਆਸਤ ਨਾਲ ਜੁੜਨ ਦੀ ਗੱਲ ਕੀਤੀ ਜਾਂਦੀ ਹੈ। ਇੱਕ ਤਾਂ ਇਹ ਹੁੰਦਾ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਤਕਰੀਬਨ ਸਾਰੀਆਂ ਧਿਰਾਂ ਨਾਲ ਹਮਦਰਦੀ ਰੱਖਣ ਵਾਲੇ ਕਿਸਾਨ ਉਸ ਮੋਰਚੇ ਦੇ ਵਿੱਚ ਹੈ। ਉਸ ਮੋਰਚੇ ਦੇ ਵਿੱਚ ਸਿੱਖ ਖਿਆਲਾਂ ਵਾਲੇ ਵੀ ਹੈ, ਉਸ ਮੋਰਚੇ ਦੇ ਵਿੱਚ ਕਾਂਗਰਸ ਦੇ ਨਾਲ ਜੁੜੇ ਹੋਏ ਲੋਕ ਵੀ ਹੈ, ਅਕਾਲੀ ਦਲ ਦੇ ਲੋਕ ਵੀ ਹੈ, ਖੱਬੇ ਪੱਖੀ ਪਾਰਟੀਆਂ ਦੇ ਲੋਕ ਵੀ ਹੈ, ਜਿਹੜੇ ਬਹੁਤ ਸਾਰੇ ਅਕੈਡਮੀਸ਼ੀਅਨ, ਰਿਟਾਇਰਡ ਬੰਦੇ ਜਿਹੜੇ ਕਿਸਾਨੀ ਨਾਲ ਹਮਦਰਦੀ ਰੱਖਦੇ ਆ ਉਹ ਵੀ ਜੁੜੇ ਹੋਏ ਹੈ। ਇਸ ਕਰਕੇ ਜਦੋਂ ਉਹ ਰਾਜਨੀਤੀ ਕਰਨ ਲਈ ਕਿਸੇ ਇੱਕ ਵਿਸ਼ੇਸ਼ ਪਾਰਟੀ ਨਾਲ ਜੁੜਨਗੇ ਤਾਂ ਮੈਨੂੰ ਲੱਗਦਾ ਉਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਦੂਸਰੇ ਨੰਬਰ ਤੇ ਇਹ ਹੈ
ਕਿ ਜੇ ਰਾਜਨੀਤਿਕ ਪਾਰਟੀ ਦੇ ਨਾਲ ਸਿੱਧੇ ਤੌਰ ਤੇ ਉਹ ਨਹੀਂ ਜੁੜਦੇ ਤਾਂ ਉਹਦਾ ਵੀ ਨੁਕਸਾਨ ਇਹ ਹੁੰਦਾ ਕਿ ਉਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਕਿ ਕਿਸਾਨੀ ਅੰਦੋਲਨ ਦੀ ਸਾਰੇ ਸੂਬਿਆਂ ਦੇ ਵਿੱਚ ਜੇ ਅਸੀਂ ਸਸਟੇਨੇਬਿਲਟੀ ਦੀ ਗੱਲ ਕਰੀਏ, ਜੇ ਅਸੀਂ ਕਿਸਾਨੀ ਅੰਦੋਲਨ ਕਿਸਾਨਾਂ ਦਾ ਬਣਾਏ ਰੱਖਣ ਦੀ ਗੱਲ ਕਰੀਏ ਤਾਂ ਇਹ ਵੀ ਕਿਸੇ ਹੱਦ ਤੱਕ ਸਿਆਣਪ ਭਰਿਆ ਫੈਸਲਾ ਹੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਐਕਟਿਵ ਰਾਜਨੀਤੀ ਤੋਂ ਜਾਂ ਦਲਗਤ ਰਾਜਨੀਤੀ ਤੋਂ ਦੂਰ ਰੱਖਿਆ ਹੋਇਆ ਹੈ। ਅਦਰਵਾਈਜ਼ ਉਹਨਾਂ ਦਾ ਜਿਹੋ ਜਿਹਾ ਹੁਣ ਵੱਖ-ਵੱਖ ਦਲਾਂ ਦਾ ਹਾਲ ਹੈ, ਇਹੋ ਜਿਹੀ ਕਿਸਾਨੀ ਮੋਰਚੇ ਦਾ ਹਾਲ ਹੋ ਜਾਣਾ ਸੀ। 40 ਸੰਗਠਨਾਂ ਨੂੰ ਇਕੱਠਾ ਰੱਖ ਕੇ ਸੰਯੁਕਤ ਮੋਰਚੇ ਦੇ ਅਧੀਨ ਡਿਸਪਲਿਨ ਨਾਲ ਤੋਰਨਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਸਾਡੀਆਂ ਸੋ ਕਾਲ ਜਿਹੜੀਆਂ ਡਿਸਪਲਿਨਡ ਪੋਲੀਟੀਕਲ ਪਾਰਟੀਆਂ ਉਹ ਆਪਣੇ 20 MLA MP ਇਕੱਠੇ ਨਹੀਂ ਰੱਖ ਸਕਦੀਆਂ। ਤੀਸਰੇ ਦਿਨੋਂ ਅਲੱਗ-ਅਲੱਗ ਬਿਆਨ ਦੇਈ ਜਾਂਦੀਆਂ, ਪਰ ਉਹ ਜੇ 7 ਮਹੀਨਿਆਂ ਤੋਂ ਇਕੱਠੇ ਬੈਠੇ ਆ, ਮੈਂ ਇਹ ਕਹਿ ਰਿਹਾ ਕਿ ਉਹਨਾਂ ਦੇ ਪਿੱਛੇ ਵੀ ਸੂਝਵਾਨ ਦਿਮਾਗ ਬੈਠੇ ਹੋਏ ਆ ਜਿਹੜੇ ਉਹਨਾਂ ਨੂੰ ਇੱਕ ਠੀਕ ਲਾਈਨ ਦੇ ਰਹੇ ਆ, ਦਿਸ਼ਾ ਦੇ ਰਹੇ ਆ, ਤੇ ਉਹਨਾਂ ਦੀ ਦ੍ਰਿਸ਼ਟੀ ਵੀ ਹਲੇ ਤੱਕ ਠੀਕ ਹੈ। ਉਹਨਾਂ ਨੇ ਆਪਣੇ ਆਪ ਨੂੰ ਫੋਕਸ ਰੱਖਿਆ ਹੋਇਆ। ਤੁਸੀਂ ਜਦੋਂ ਕਹਿੰਦੇ ਹੋ ਕਿ ਸਿਆਸੀ ਬਾਂਹ ਜਾਂ ਕਿਸੇ ਸਿਆਸੀ ਪਾਰਟੀ ਦੇ ਨਾਲ ਜਾਂ ਉਹਨੂੰ ਸਪੋਰਟ ਕਰਨ ਜਾਂ ਉਹਦੇ ਨਾਲ ਤੁਰਨ, ਮੇਰਾ ਸਵਾਲ ਇਹ ਸੀ ਕਿ ਬਜਾਏ ਇਸ ਦੇ ਕਿ ਕਿਸੇ ਹੋਰ ਦੇ ਨਾਲ ਤੁਰਨ, ਆਪਣੇ ਤੌਰ ਦੇ ਉੱਤੇ ਜੇ ਪਿੱਛੋਂ ਸੂਝਵਾਨ ਦਿਮਾਗ ਬੈਠੇ ਨੇ ਉਹ ਇਸ ਨੂੰ, ਇਸ ਤਾਕਤ ਨੂੰ ਵਰਤ ਸਕਦੇ ਨੇ। ਆਉਣ ਵਾਲੇ ਸਮੇਂ 2022 ਸਿਰ ਦੇ ਉੱਤੇ ਅਕਸਰ ਇਹ ਸਵਾਲ ਹੁੰਦਾ ਕਿ ਜਦੋਂ ਤੁਸੀਂ ਯੂਪੀ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਚੋਣਾਂ ਦੇ ਵਿੱਚ ਸਰਕਾਰ ਨੂੰ ਟੱਕਰ ਦੇ ਸਕਦੇ ਹੋ, ਉੱਥੋਂ ਦੀਆਂ ਮੌਜੂਦਾ ਸਰਕਾਰਾਂ ਨੂੰ ਜਾਂ ਕੇਂਦਰ ਸਰਕਾਰ ਤੱਕ ਪ੍ਰਭਾਵ ਪਾ ਸਕਦੇ ਹੋ, ਤਾਂ ਉਹ ਪ੍ਰਭਾਵ ਤੁਸੀਂ ਆਪਣੇ ਹੱਥ ਦੇ ਵਿੱਚੋਂ ਤਾਕਤ ਕਿਉਂ ਨਹੀਂ ਲੈਂਦੇ? ਕਿਸਾਨ ਆਪਣੀ ਸਿਆਸੀ ਧਿਰ ਖੜੀ ਕਰਨ, ਆਪਣੇ ਤੌਰ ਦੇ ਉੱਤੇ ਵਿਚਰਨ। ਕਈ ਕਿਸਾਨ ਆਗੂ ਇਹ ਕਹਿ ਦਿੰਦੇ ਨੇ ਕਿ ਅਸੀਂ ਸਿਆਸਤ ਦੇ ਵਿੱਚ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਪਰ ਉਹ ਫੈਸਲੇ ਉੱਥੋਂ ਹੀ ਲੈਣੇ ਨੇ। ਹੁਣ ਵੀ ਤਾਂ ਸਿਆਸੀ ਲੀਡਰਾਂ ਦੇ ਅੱਗੇ ਪਿੱਛੇ ਘੁੰਮ ਰਹੇ ਨੇ, ਬਜਾਏ ਇਸ ਦੇ ਕਿ ਆਪਣੀ ਧਿਰ ਖੜੀ ਕਰ ਲੈਣ। ਦੇਖੋ, ਦੋ ਚੀਜ਼ਾਂ ਸਿਆਸਤ ਦੇ ਵਿੱਚ ਹੁੰਦੀਆਂ। ਵਰਲਡ ਵਾਈਡ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਇੱਕ ਪ੍ਰੈਸ਼ਰ ਗਰੁੱਪ ਨਾਂ ਦਾ ਪੋਲਿਟਿਕਸ ਦੇ ਵਿੱਚ ਧੜਾ ਮੰਨਿਆ ਜਾਂਦਾ ਹੈ। ਜਿਹੜਾ ਪ੍ਰੈਸ਼ਰ ਗਰੁੱਪ ਹੈ ਉਹ ਅਮਰੀਕਾ ਦੇ ਵਿੱਚ ਵੀ ਹੈ, ਇੰਗਲੈਂਡ ਦੇ ਵਿੱਚ ਵੀ ਹੈ, ਜਾਂ ਬਾਕੀ ਯੂਰਪੀਅਨ ਨੇਸ਼ਨਸ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਏ ਜਾਂਦੇ ਹੈ। ਇਸੇ ਤਰੀਕੇ ਨਾਲ ਅੱਜ ਦੇ ਸਮੇਂ ਦੇ ਵਿੱਚ ਕਿਸਾਨੀ ਹੈ ਜਿਹੜੀ ਉਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕੰਮ ਕਰ ਰਹੀ ਹੈ। ਦੂਸਰੀ ਗੱਲ, ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਉਹ ਲੋਕਾਂ ਦੇ ਜਾਂ ਲੀਡਰਾਂ ਦੇ ਮਗਰ ਫਿਰਨ ਦੀ ਬਜਾਏ ਆਪਣਾ ਧੜਾ ਬਣਾਉਣ, ਇਹ ਬਹੁਤ ਟੇਢੀ ਖੀਰ ਹੈ। ਜੇ ਅਸੀਂ ਕਿਸਾਨੀ ਅੰਦੋਲਨ ਨੂੰ ਨੇੜਿਓਂ ਦੇਖਣ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਮੈਂ 2-3 ਵੱਡੀਆਂ ਧਿਰਾਂ ਦਾ ਜੇ ਨਾਂ ਲਵਾਂ, ਉਸ 'ਚ ਉਗਰਾਹਾਂ ਗਰੁੱਪ ਹੈ, ਉਸ 'ਚ ਲੱਖੋਵਾਲ ਗਰੁੱਪ ਹੈ, ਜਾਂ ਹੋਰ ਬਹੁਤ ਸਾਰੇ ਗਰੁੱਪ ਹੈ। ਤੁਸੀਂ ਇੱਕ ਗਰੁੱਪ ਦੀ ਸਟਰੈਂਥ ਨੂੰ ਦੂਸਰੇ ਗਰੁੱਪ ਨਾਲ ਕੰਪੇਅਰ ਨਹੀਂ ਕਰ ਸਕਦੇ। ਉੱਥੇ ਕੁਝ ਗਰੁੱਪ ਤਾਂ ਏਡੇ ਵੱਡੇ ਹੈ ਜਿਨ੍ਹਾਂ ਕੋਲੇ 1/3 ਤਾਕਤ ਹੈ ਸਾਰੇ ਅੰਦੋਲਨ ਦੀ, ਕੁਝ ਗਰੁੱਪ ਇੰਨੇ ਛੋਟੇ ਆ ਕਿ ਉਹਨਾਂ ਕੋਲੇ ਬਹੁਤ ਘੱਟ ਤਾਕਤ ਹੈ। ਇਸ ਕਰਕੇ ਜੇ ਉਹ ਰਾਜਨੀਤੀ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਸੀਟ ਐਡਜਸਟਮੈਂਟ ਦੇ ਵਿੱਚ ਵੀ ਦਿੱਕਤ ਆਊਗੀ। ਹੋ ਸਕਦਾ ਉਹਨਾਂ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਵੇ। ਤੇ ਰਾਜਨੀਤੀ ਐਸਾ ਪਲੇਟਫਾਰਮ ਹੁੰਦਾ ਹੈ ਜਿੱਥੇ ਮਜਬੂਰੀਆਂ ਕਰਕੇ ਤੁਸੀਂ ਹਰ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਸੰਗਠਨ ਹੁਣ ਤੱਕ ਬਣਿਆ ਹੋਇਆ, ਸੰਗਠਨ ਹੁਣ ਤੱਕ ਇਹ ਇਕੱਠਾ ਚੱਲ ਰਿਹਾ ਹੈ, ਤਾਂ ਇਸ ਦੇ ਪਿੱਛੇ ਕਿਤੇ ਨਾ ਕਿਤੇ ਵੱਡੀ ਤਾਕਤ ਹੈ ਜਿਹੜੀ ਉਹ ਉਹਨਾਂ ਦਾ ਨੌਨ ਪੋਲੀਟੀਕਲ ਹੋਣਾ ਹੈ। ਤੁਹਾਡੀ ਗੱਲ ਦਾ ਦੂਸਰਾ ਜਵਾਬ ਇਸ ਪੱਖੋਂ ਵੀ ਦਿੱਤਾ ਜਾ ਸਕਦਾ ਹੈ ਕਿ ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਬਾਰੇ ਤੁਸੀਂ ਜਾਣਦੇ ਹੋ। ਤੁਹਾਨੂੰ ਲੱਗਦਾ ਕਿ ਖਾਪ ਪੰਚਾਇਤਾਂ ਆਪਣੇ MLA ਨਹੀਂ ਬਣਾ ਸਕਦੀਆਂ? ਪਰ ਉਹ ਨਹੀਂ ਬਣਾਉਂਦੀਆਂ, ਕਿਉਂਕਿ ਜੇ ਖਾਪ ਪੰਚਾਇਤਾਂ ਸਿੱਧੇ ਤੌਰ ਤੇ ਇਹ ਕਹਿਣ ਕਿ ਆਹ 4 MLA ਸਾਡੀ ਫਲਾਨੀ ਖਾਪ ਦੇ ਹੈ, ਤਾਂ ਉਸ ਦੇ ਨਾਲ ਕੀ ਹੋਊਗਾ ਕਿ ਉਹਨਾਂ ਦਾ ਇੱਕ ਦੂਸਰੇ ਨਾਲ ਹੀ ਵਿਰੋਧ ਸ਼ੁਰੂ ਹੋ ਜਾਊਗਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਕੋਈ ਇਸ ਕਿਸਮ ਦਾ ਮੁੱਦਾ ਲੈਂਦੇ ਹਾਂ ਜਿਹੜਾ ਲਾਰਜਰ ਸੁਸਾਇਟੀ ਦੇ ਨਾਲ ਜੁੜਿਆ ਹੁੰਦਾ ਹੈ, ਤਾਂ ਉੱਥੇ ਤੁਹਾਨੂੰ ਕਈ ਵਾਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਉਦਾਹਰਨ ਵਜੋਂ ਬਹੁਤ ਵਾਰੀ ਸਾਡੇ ਕੋਲੇ ਇਸ ਕਿਸਮ ਦੀਆਂ ਗੱਲਾਂ ਆਉਂਦੀਆਂ ਹੈ ਕਿ ਜਿਹੜੇ 33% ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਸ਼੍ਰੇਣੀ ਨਾਲ ਲੋਕ ਸੰਬੰਧਿਤ ਹੈ, ਉਹ ਆਪਣੀ ਪਾਰਟੀ ਬਣਾ ਕੇ ਕਿਉਂ ਨਹੀਂ ਇਲੈਕਸ਼ਨ ਲੜ ਲੈਂਦੇ? ਕਿਉਂ ਉਹ ਵੱਖ-ਵੱਖ ਪਾਰਟੀਆਂ ਦੇ ਮਗਰ ਫਿਰਦੇ ਆ? ਕੋਈ ਕਹਿੰਦਾ ਡਿਪਟੀ ਚੀਫ ਮਿਨਿਸਟਰ ਬਣਾਊਂਗਾ, ਕੋਈ ਕਹਿੰਦੇ MLA ਬਣਾਵਾਂਗੇ, ਕੋਈ ਕਹਿੰਦੇ ਚੀਫ ਮਿਨਿਸਟਰ ਬਣਾਵਾਂਗੇ। ਪਰ ਤੁਸੀਂ ਜਾਣਦੇ ਹੋ ਕਿਤੇ ਇਹ ਸੰਭਵ ਹੈ? ਕਿਉਂਕਿ ਕੁਛ ਨਾ ਕੁਛ ਧਿਰ ਦੇ ਬੰਦੇ, ਜਿਸ ਤਰੀਕੇ ਨਾਲ ਵੇਰਕਾ ਜੀ ਹੈ, ਚੰਨੀ ਜੀ ਹੈ, ਉਹ ਜਿਹੜੇ ਇਸ ਵਿਸ਼ੇਸ਼ ਧਿਰ ਨਾਲੋਂ ਕਾਂਗਰਸ ਦੇ ਵਿੱਚ ਬੈਠੇ ਹੋਏ ਆ, ਅਕਾਲੀ ਦਲ ਦੇ ਵਿੱਚ ਵੀ ਬੰਦੇ ਹੈਗੇ ਆ, ਇਸੇ ਤਰੀਕੇ ਨਾਲ BJP ਦੇ ਵਿੱਚ ਵੀ ਉਹਨਾਂ ਦੇ MP ਬਣੇ ਹੋਏ ਆ, ਆਮ ਆਦਮੀ ਪਾਰਟੀ ਦੇ ਵਿੱਚ ਆਪੋਜੀਸ਼ਨ ਦਾ ਨੇਤਾ ਉਸ ਸ਼੍ਰੇਣੀ ਨਾਲ ਸੰਬੰਧਿਤ ਹੈ। ਜੇ ਅਸੀਂ ਮੰਨੀਏ ਕਿ ਸਾਰੀਆਂ ਪਾਰਟੀਆਂ ਦੇ ਵਿੱਚ 33% ਵਾਲੇ ਅਲੱਗ-ਅਲੱਗ ਵੰਡੇ ਹੋਏ ਆ, ਤਾਂ ਅਸੀਂ ਇਹ ਭਲੀ ਭਾਂਤੀ ਸਮਝ ਸਕਦੇ ਹਾਂ ਜੇ ਕਿਸਾਨੀ ਜਾਊਗੀ ਉਹ ਵੀ ਸਾਰੀਆਂ ਪਾਰਟੀਆਂ 'ਚ ਵੰਡੀ ਜਾਊਗੀ। ਫਿਰ ਜਦੋਂ ਸਾਰੀਆਂ ਪਾਰਟੀਆਂ 'ਚ ਵੰਡੀ ਗਈ ਤਾਂ ਉਹਨਾਂ ਦੀ ਆਪਣੇ ਮੁੱਦੇ ਬਾਰੇ ਇੱਕ ਰਾਏ ਬਣਨੀ ਸੰਭਵ ਹੀ ਨਹੀਂ।
ਜਿਹੜੀ ਕਿਸਾਨੀ ਬੀਜੇਪੀ ਨਾਲ ਹਮਦਰਦ ਹੋਊਗੀ ਉਹ ਹਮੇਸ਼ਾ ਕਾਨੂੰਨਾਂ ਦੇ ਹੱਕ 'ਚ ਬੋਲੂਗੀ, ਜਿਵੇਂ ਗਰੇਵਾਲ ਸਾਹਿਬ ਰੈਗੂਲਰਲੀ ਬੋਲ ਰਹੇ ਆ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕਿਸਾਨੀ ਕੰਮ ਕਰ ਰਹੀ ਹੈ। ਬੰਗਾਲ ਦੇ ਵਿੱਚ ਉਸ ਪ੍ਰੈਸ਼ਰ ਗਰੁੱਪ ਨੇ ਕਾਫੀ ਹੱਦ ਤੱਕ ਆਪਣਾ ਰੰਗ ਵੀ ਦਿਖਾਇਆ ਹੈ। ਇਸ ਲਈ ਜੇ ਉਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਬਣੀ ਰਹੂਗੀ ਤਾਂ ਉਹਦੀ ਸਟਰੈਂਥ ਕਿਤੇ ਨਾ ਕਿਤੇ ਵਧੇਰੇ ਬਣੀ ਰਹੂਗੀ। ਤੇ ਇਹ ਪ੍ਰੈਸ਼ਰ ਗਰੁੱਪ ਨੂੰ ਚਾਹੀਦਾ ਨਹੀਂ, ਤੁਸੀਂ ਕਿਹਾ ਕਿ ਇਹ ਇੱਕ ਪ੍ਰੈਸ਼ਰ ਗਰੁੱਪ ਦੇ ਵਿੱਚ ਜਦੋਂ ਵਿਚਰਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਧੜੇਬੰਦੀਆਂ ਤਾਂ ਹੁੰਦੀਆਂ ਨਾ, ਕੋਈ ਬੀਜੇਪੀ ਦੇ ਹੱਕ ਦਾ ਕਿਸਾਨੀ ਲੀਡਰ ਹੈ, ਕੋਈ ਅਕਾਲੀਆਂ ਦਾ, ਜਿਵੇਂ ਅਕਾਲੀ ਦਲ ਵਾਲੇ ਕਹਿੰਦੇ ਕਿ ਸਾਡੀ ਵੀ ਸਾਰੀ ਫੌਜ ਉੱਥੇ ਬੈਠੀ ਹੈ, ਜਾ ਕੇ ਸਾਡੇ ਜਿਹੜੇ ਬਲਾਕ ਪ੍ਰਧਾਨ ਨਿੱਕੇ ਨਿੱਕੇ ਜਿਹੜੇ ਪ੍ਰਧਾਨ ਗਲੀ ਮੁਹੱਲੇ ਦੇ ਉਹ ਸਭ ਜਾ ਕੇ ਉੱਥੇ ਬੈਠੇ ਨੇ ਆਪੋ ਆਪਣਾ ਧੜਾ ਲੈ ਕੇ। ਫਿਰ ਤਾਂ ਚਾਹੀਦਾ ਹੈ ਕਿ ਕਿਸਾਨ ਆਪਣੇ ਤੌਰ ਦੇ ਉੱਤੇ ਆਪਣਾ ਵੀ ਮੰਥਨ ਕਰ ਲੈਣ ਕਿ ਅਸੀਂ ਇਸ ਧੜੇਬੰਦੀ ਨੂੰ ਵੀ ਖਤਮ ਕਰੀਏ। ਦੇਖੋ ਜਿਹੜੀ ਧੜੇਬੰਦੀ ਹੁੰਦੀ ਹੈ ਇਹ ਮਨੁੱਖੀ ਫਿਤਰਤ ਹੈ। ਸਾਡੇ ਪਰਿਵਾਰ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਮਸਲਿਆਂ ਤੇ ਇਕਰਾਰ ਨਹੀਂ ਹੋ ਸਕਦੇ। ਅਸੀਂ ਸਾਡੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡਾ ਸੰਗਠਨ ਹੈ ਜਿੱਥੇ ਅਸੀਂ ਇੱਕ ਅਕੀਦਾ ਰੱਖ ਕੇ ਚੱਲਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪ੍ਰਮੁੱਖ ਮੰਨ ਕੇ ਉਸ ਦੇ ਸਿਧਾਂਤ ਅਨੁਸਾਰ ਚੱਲਣਾ ਹੈ। ਪਰ ਉੱਥੇ ਵੀ ਅਸੀਂ ਦੇਖਿਆ ਕਿ ਡਿਫਰੈਂਸ ਆਫ ਓਪੀਨੀਅਨ ਆ ਜਾਂਦਾ ਹੈ। ਇਸੇ ਤਰੀਕੇ ਨਾਲ ਕਦੇ ਇੱਕ ਪਾਰਟੀ ਜੇ ਬਣਾ ਵੀ ਲੈਣ ਅਸੀਂ ਸਮਝਦੇ ਹਾਂ ਕਿਤੇ ਉਸ 'ਚ ਧੜੇਬੰਦੀ ਖਤਮ ਹੋ ਗਈ। ਜੇ ਅਸੀਂ ਅੱਜ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਵਿੱਚ ਗੁਜਰਾਤ ਦਾ ਅਲੱਗ ਧੜਾ ਹੈ, ਯੂਪੀ ਦਾ ਅਲੱਗ ਧੜਾ ਹੈ, ਮਹਾਰਾਸ਼ਟਰ ਦਾ ਅਲੱਗ ਧੜਾ ਹੈ। ਭਾਵੇਂ ਜ਼ਾਹਰਾ ਤੌਰ ਤੇ ਉਹ ਕੰਮ ਨਾ ਕਰਨ, ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਅੱਜ ਜਿਹੜਾ ਗੁਜਰਾਤੀ ਧੜਾ ਹੈ ਉਹਦਾ ਅਪਰ ਹੈਂਡ ਹੈ। ਇਸ ਕਰਕੇ ਇਸੇ ਤਰੀਕੇ ਨਾਲ ਕਾਂਗਰਸ ਦੇ ਵਿੱਚ ਹੈ। ਕਾਂਗਰਸ ਦੇ ਵਿੱਚ ਨਾ ਸਿਰਫ ਕੇਂਦਰੀ ਪੱਧਰ ਤੇ ਬਲਕਿ ਰਾਜ ਦੀ ਪੱਧਰ ਤੇ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਪੰਜਾਬੀ ਹੋਣ ਦੇ ਨਾਤੇ ਕਿੰਨੇ ਧੜੇ ਆ ਕਾਂਗਰਸ ਦੇ ਵਿੱਚ। ਪਰ ਫਿਰ ਵੀ ਉਹ ਇੱਕ ਨੁਕਾਤੀ ਪ੍ਰੋਗਰਾਮ ਦੇ ਉੱਪਰ ਕਾਂਗਰਸ ਦੇ ਮੈਨੀਫੈਸਟੋ ਜਾਂ ਏਜੰਡੇ ਦੇ ਉੱਪਰ ਇਕੱਠੇ ਹੋ ਕੇ ਤੁਰਦੇ ਆ। ਐਵੇਂ ਕਿਸਾਨੀ ਹੈ। ਕਿਸਾਨੀ ਦੇ ਵਿੱਚ ਉਹਨਾਂ ਨੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਇਆ ਹੋਇਆ ਜਿਹਨੂੰ ਉਹ ਡਿਸਕਸ ਕਰਕੇ ਭਾਵੇਂ ਉਹਦੇ ਵਿੱਚ 40 ਦੇ ਵਿੱਚੋਂ 10-20 ਦਾ ਡਿਫਰੈਂਸ ਆਫ ਓਪੀਨੀਅਨ ਵੀ ਹੋਵੇ, ਪਰ ਜਦੋਂ ਇੱਕ ਫੈਸਲਾ ਕਰ ਲੈਂਦੇ ਆ ਕਿ ਅਸੀਂ ਇਸ ਲਾਈਨ ਤੇ ਚੱਲਣਾ ਫਿਰ ਉਸ ਲਾਈਨ ਨੂੰ ਆਧਾਰ ਬਣਾ ਕੇ ਉਹ ਉਸ ਨੂੰ ਟੋ ਕਰਨ ਦੀ ਕੋਸ਼ਿਸ਼ ਕਰਦੇ ਆ। ਪਾਰਟੀ ਲਾਈਨ ਉਸ ਤੋਂ ਪਿੱਛੇ ਰਹਿ ਜਾਂਦੀ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਹੁਣ ਤੱਕ ਦਾ ਤਜਰਬਾ ਰਿਹਾ ਜਾਂ 7 ਮਹੀਨਿਆਂ ਦਾ ਅਸੀਂ ਉਹਨਾਂ ਬਾਰੇ ਜਿੰਨਾ ਕੁ ਜਾਣ ਸਕੇ ਹਾਂ, ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਇਹ ਪੈਂਤੜਾ ਸਕਸੈਸਫੁਲੀ ਰਿਹਾ। ਕੀ ਆਮ ਆਦਮੀ ਪਾਰਟੀ ਵਾਂਗ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲ ਸਕਦੀ? ਜੇ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲ ਕੇ ਦਿੱਲੀ ਦੇ ਵਿੱਚ ਟੱਕਰ ਦੇ ਸਕਦੀ ਹੈ, ਉੱਥੇ ਤੀਜੀ ਵਾਰ ਸਰਕਾਰ ਬਣਾ ਸਕਦੀ ਹੈ, ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆ ਸਕਦੀ ਹੈ। ਮੈਂ ਵਾਰ-ਵਾਰ ਇਸੇ ਕਰਕੇ ਇਸ ਗੱਲ ਉੱਤੇ ਆ ਰਿਹਾ ਕਿਉਂਕਿ ਮਤਲਬ ਇਹੀ ਆ ਕਿ ਜੰਜਾਲਾਂ ਦੇ ਵਿੱਚ ਅਸੀਂ ਖੁਦ ਫਸੇ ਹੋਏ ਹਾਂ। ਤੁਸੀਂ ਜਦੋਂ ਨੈਸ਼ਨਲ ਲੈਵਲ ਦੇ ਪਾਰਟੀਆਂ ਦੀ ਗੱਲ ਕੀਤੀ, ਗੁਜਰਾਤ ਜਾਂ ਹੋਰ ਕਿਤੇ, ਉਹ ਨੈਸ਼ਨਲ ਲੈਵਲ ਦਾ ਗੱਲ ਹੈ। ਇਕੱਲੇ ਪੰਜਾਬ ਤੋਂ ਜੇ ਇਹੋ ਜਿਹੀ ਸ਼ੁਰੂਆਤ ਕਰ ਲਈ ਜਾਵੇ, ਕਿਉਂਕਿ ਪੰਜਾਬ ਹਰ ਗੱਲ ਦੇ ਵਿੱਚ ਜੇ ਅੰਦੋਲਨ ਸ਼ੁਰੂ ਹੋਇਆ ਤਾਂ ਪੰਜਾਬ ਵਾਲਿਆਂ ਨੇ ਅੱਗੇ ਹੋ ਕੇ ਮੋਹਰੀ ਭੂਮਿਕਾ ਨਿਭਾਈ, ਤਾਂ ਹੀ ਸਾਰੇ ਸੂਬੇ ਅੱਗੇ ਨਿਕਲ ਕੇ ਆਏ। ਤੇ ਜੇ ਪੰਜਾਬ ਇੱਥੋਂ ਸ਼ੁਰੂਆਤ ਕਰ ਲਵੇ, ਕਿਸਾਨਾਂ ਨੂੰ ਚਾਹੀਦਾ ਪ੍ਰੈਸ਼ਰ ਗਰੁੱਪ ਆਪਣਾ ਰੱਖਣ ਇੱਕ ਪਾਸੇ, ਪਰ ਨਾਲ ਇੱਕ ਸਿਆਸੀ ਧਿਰ ਵੀ ਖੜੀ ਕਰਨੀ ਚਾਹੀਦੀ ਹੈ ਨਾ, ਤਾਂ ਕਿ ਚੈਲੰਜ ਕੀਤਾ ਜਾ ਸਕੇ। ਕਿਉਂਕਿ ਜੇ ਤੁਸੀਂ ਵਾਰ-ਵਾਰ ਮੁੜ ਉਹਨਾਂ ਪਾਰਟੀਆਂ ਨੂੰ ਹੀ ਸਮਰਥਨ ਦਿੰਦੇ ਰਹੋਗੇ, ਉਹਨਾਂ ਦੇ ਲੀਡਰਾਂ ਨੂੰ ਹੀ ਦਿੰਦੇ ਰਹੋਗੇ, ਫਿਰ ਉਹੀ ਸੱਤਾ ਦੇ ਵਿੱਚ ਆਣਗੇ। ਉਹਨਾਂ ਨੂੰ ਤਾਂ ਆਪਣੇ 5 ਸਾਲ ਦਾ ਫਿਕਰ ਹੁੰਦਾ, ਜਿਵੇਂ ਹਰਿਆਣੇ ਦੇ ਵਿੱਚ ਚੌਟਾਲਾ ਹੋਣੀ ਉੱਥੇ ਉਪ ਮੁੱਖ ਮੰਤਰੀ ਬਣੇ ਹੋਏ ਨੇ, ਉਹਨਾਂ ਨੂੰ ਫਿਕਰ ਇਹ ਹੈ ਕਿ ਸਾਡੀ ਸਰਕਾਰ ਦਾ ਹਾਲੇ ਟਾਈਮ ਬਹੁਤ ਪਿਆ। ਜੇ ਟਾਈਮ ਘੱਟ ਹੁੰਦਾ ਤਾਂ ਸ਼ਾਇਦ ਕੈਪਟਨ ਸਾਹਿਬ ਵਾਂਗੂ ਇਹ ਦਿੱਲੀ ਦੇ ਬਰੂਹਾਂ ਤੱਕ ਜਾਣ ਨਾ ਦਿੰਦੇ ਜਾਂ ਉਹਨਾਂ ਨੂੰ ਅੱਗੇ ਨਾ ਟਿਕਣ ਦਿੰਦੇ। ਇਹ ਪ੍ਰੈਸ਼ਰ ਹੀ ਹੈ ਨਾ ਇੱਥੇ ਕਿ ਉਹ ਦਿੱਲੀ ਤੱਕ ਜਾ ਕੇ ਬੈਠੇ ਨੇ। ਜਿਹੜੀ ਗੱਲ ਤੁਸੀਂ ਆਮ ਆਦਮੀ ਪਾਰਟੀ ਦੀ ਕੀਤੀ ਹੈ ਕਿ ਉਹ ਇੱਕ ਅੰਦੋਲਨ ਦੇ ਵਿੱਚੋਂ ਨਿਕਲੇ ਹੈ, ਜਿਹੜਾ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉਸ ਅੰਦੋਲਨ ਦਾ ਕੇਂਦਰੀ ਧੁਰਾ ਸੀ ਜਿਹੜਾ ਲੋਕਪਾਲ ਬਣਾਉਣਾ। ਉਸ ਦਾ ਕੇਂਦਰੀ ਧੁਰਾ ਸੀ ਕਿ ਥੱਲੇ ਵਾਲੇ ਲੈਵਲ ਤੋਂ ਲੈ ਕੇ ਉੱਪਰ ਤੱਕ ਆਪਣੇ ਉਹਨਾਂ ਵਿਅਕਤੀਆਂ ਦੀ ਚੋਣ ਕਰਨੀ ਜਿਨ੍ਹਾਂ ਨੂੰ ਉਹ ਆਪਦੇ ਇਲਾਕੇ ਦੀ ਰਾਜ ਸੱਤਾ ਦੇਣੀ ਚਾਹੁੰਦੇ ਸੀ। ਜਦੋਂ ਅੰਦੋਲਨ ਦੇ ਵਿੱਚ ਉਹ ਪਾਰਟੀ ਬਣੀ, ਉਹ ਪਾਰਟੀ ਭਾਵੇਂ 3 ਵਾਰ ਸਰਕਾਰ ਬਣਾ ਚੁੱਕੀ ਹੈ, ਭਾਵੇਂ 5 ਵਾਰ ਬਣਾ ਚੁੱਕੀ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਕਿੱਥੇ ਲੋਕਪਾਲ ਬਣਾਤਾ। ਦੂਸਰੇ ਨੰਬਰ ਤੇ ਉਸ ਪਾਰਟੀ ਦੇ ਵਿੱਚੋਂ ਉਸ ਅੰਦੋਲਨ ਨਾਲ ਜੁੜੇ ਹੋਏ ਅਨੇਕਾਂ ਬੰਦੇ ਆ ਜਿਹੜੇ ਉਹ ਪਾਸੇ ਹੋ ਗਏ। ਉਹ ਪਾਰਟੀ ਵੀ ਸਿਰਫ 1 ਜਾਂ 2 ਬੰਦਿਆਂ ਦੇ ਕੇਂਦਰ ਦੇ ਵਿੱਚ ਉਹਨੂੰ ਰੱਖ ਕੇ ਚੱਲਣ ਲੱਗ ਗਈ। ਅੱਜ ਮੈਨੀਫੈਸਟੋ ਜਦੋਂ ਹੁੰਦਾ ਹੈ, ਉੱਥੇ ਲੋਕਪਾਲ ਜਾਂ ਉਹਨਾਂ ਦੇ ਮੈਨੀਫੈਸਟੋ ਦੇ ਆਧਾਰ ਤੇ ਗੱਲ ਨਹੀਂ ਕੀਤੀ ਜਾਂਦੀ। ਅੱਜ ਜਦੋਂ ਵੀ ਉਹਨਾਂ ਦਾ ਕੋਈ ਵੀ ਪ੍ਰੋਗਰਾਮ ਆਉਂਦਾ ਹੈ, ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਵਾਂਗ ਉੱਥੇ ਵੀ ਕੇਜਰੀਵਾਲ ਦੀ ਪਾਰਟੀ, ਕੇਜਰੀਵਾਲ ਦਾ ਹੈੱਡ ਹੋਣਾ, ਮੈਂ ਕਹਿੰਦਾ ਕੋਈ ਹੈੱਡ ਹੋਣਾ ਮਾੜੀ ਗੱਲ ਨਹੀਂ ਹੁੰਦੀ, ਉਹ ਪਾਰਟੀ ਨੂੰ ਚਲਾ ਰਿਹਾ ਹੈ। ਪਰ ਉਹ ਪਾਰਟੀ ਜੇ ਸੁਖਬੀਰ ਬਾਦਲ ਇੱਕ ਪਾਰਟੀ ਦਾ ਹੈੱਡ ਹੈ, ਉਹਦੇ ਨਾਂ ਤੇ ਇਲੈਕਸ਼ਨ ਲੜੀ ਜਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਇਲੈਕਸ਼ਨ ਲੜੀ ਜਾ ਰਹੀ ਹੈ,
ਉਸੇ ਤਰੀਕੇ ਨਾਲ ਕੇਜਰੀਵਾਲ ਦੇ ਨਾਂ ਤੇ ਲੜੀ ਜਾ ਰਹੀ ਹੈ, ਕੋਈ ਫਰਕ ਨਹੀਂ ਹੈ। ਅੰਦੋਲਨ ਚੋਂ ਨਿਕਲੀ ਪਾਰਟੀ ਤਾਂ ਮੰਨਦੇ ਕਿ ਜੇ ਉਹ ਲੋਕਲ ਲੈਵਲ ਤੇ ਥੱਲਿਓਂ ਉਸੇ ਤਰੀਕੇ ਨਾਲ ਕਾਡਰ ਦੀ ਸਿਲੈਕਸ਼ਨ ਕਰਦੇ ਜਿਸ ਤਰੀਕੇ ਨਾਲ ਕਿਸੇ ਅੰਦੋਲਨ ਦੇ ਵਿੱਚ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ, ਉਹਦੇ ਵਿੱਚ ਵੀ ਬਾਕੀ ਪਾਰਟੀਆਂ ਦੇ ਵਿੱਚੋਂ ਆਏ ਹੋਏ ਬੰਦੇ ਲਏ ਗਏ। ਉਹਨਾਂ ਨੇ ਵੀ ਆਪਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਨੇਤਾ ਜਿਹੜੇ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਦੀ ਲਾਈਨ ਨੂੰ ਟੋ ਨਹੀਂ ਕਰਦੇ ਸੀ, ਉਹਨਾਂ ਨੂੰ ਵੀ ਸਾਈਡ ਲਾਈਨ ਕੀਤਾ। ਇਸ ਕਰਕੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਇਸ ਕਿਸਮ ਦੀਆਂ ਰਾਜਨੀਤਿਕ ਪਾਰਟੀਆਂ ਕੋਈ ਸੰਘਰਸ਼ ਦੇ ਰਾਹ ਤੇ ਤੁਰੀਆਂ ਹੁੰਦੀਆਂ ਤਾਂ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਜਦੋਂ ਵਿਹਾਰਕ ਤੌਰ ਤੇ ਕੰਮ ਕਰਨੇ ਪੈਂਦੇ ਆ ਤਾਂ ਇੰਟਾਇਰਲੀ ਡਿਫਰੈਂਟ ਹੋ ਜਾਂਦੀਆਂ। ਕਿਸਾਨੀ ਅੰਦੋਲਨ ਦੇ ਵਿੱਚ ਇਸ ਕਿਸਮ ਦੀ ਐਸਪੀਰੇਸ਼ਨ ਵਾਲੇ ਬੰਦੇ ਆ ਜਿਹੜੇ ਹੋ ਸਕਦਾ ਕੁਝ ਹੋਣ, ਪਰ ਜਿਹੜੀ ਬਹੁ ਗਿਣਤੀ ਹੈ ਉਹਨਾਂ ਨੂੰ ਸਨੱਬ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੇ ਹੋਏ ਯਾਦਵ ਹੋਣੀ ਅੱਜ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਆ। ਇਸ ਕਰਕੇ ਜੇ ਉਹਨਾਂ ਨੂੰ ਲੱਗਦਾ ਕਿ ਉਹ ਅੰਦੋਲਨ ਦੇ ਵਿੱਚੋਂ ਨਿਕਲ ਕੇ ਸਾਨੂੰ ਸਵਰਾਜ ਹਾਸਲ ਹੋ ਸਕਦਾ ਹੈ ਤਾਂ ਹੋ ਸਕਦਾ ਕਿਸਾਨੀ ਅੰਦੋਲਨ ਦੇ ਨਾਲ ਨਾ ਜੁੜਦੇ। ਪਰ ਮੈਂ ਇਹ ਕਹਿਣਾ ਕਿ ਕਿਸਾਨੀ ਅੰਦੋਲਨ ਦਾ ਕੇਂਦਰੀ ਮੁੱਦਾ ਜਿਹੜਾ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਕੇਂਦਰੀ ਮੁੱਦੇ ਨਾਲੋਂ ਥੋੜਾ ਅਲੱਗ ਹੈ। ਉੱਥੇ ਮੁੱਦਾ ਉਹਨਾਂ ਦਾ ਸੀ ਕਿ ਅਸੀਂ ਲੋਕਪਾਲ ਦੀ ਸਥਾਪਤੀ ਕਰਕੇ ਅਸੀਂ ਲੋਕਾਂ ਨੂੰ ਸ਼ਕਤੀ ਦੇਣੀ ਹੈ। ਉਹ ਕਿੰਨੀ ਕੁ ਸ਼ਕਤੀ ਮਿਲੀ ਉਹ ਬੜੀ ਡਿਬੇਟ ਦੀ ਗੱਲ ਹੈ। ਜੇ ਇੱਥੇ ਅਸੀਂ ਕਹੀਏ ਇੱਥੇ ਕੇਂਦਰੀ ਮੁੱਦਾ ਜਿਹੜਾ 3 ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣਾ, MSP ਨੂੰ ਲਾਗੂ ਕਰਾਉਣਾ, MSP ਨੂੰ ਗਰੰਟੀ ਦੇ ਤੌਰ ਤੇ ਲਾਗੂ ਕਰਾਉਣਾ, ਸਾਰੇ ਸੂਬਿਆਂ ਦੇ ਵਿੱਚ ਲਾਗੂ ਕਰਾਉਣਾ, ਕੇਂਦਰੀ ਮੁੱਦਾ ਤਾਂ ਇਹ ਹੈ। ਹੁਣ ਇਸ ਕੇਂਦਰੀ ਮੁੱਦੇ ਵਾਸਤੇ ਜੇ ਇਹ ਰਾਜਨੀਤਿਕ ਪਾਰਟੀ ਵੀ ਬਣਾ ਲੈਣਗੇ ਤਾਂ ਰਾਜਨੀਤਿਕ ਪਾਰਟੀ ਇੱਕ ਮੁੱਦੇ ਤੇ ਨਹੀਂ ਚੱਲਦੀ, ਫਿਰ ਇਹਨਾਂ ਨੂੰ ਬਾਕੀ ਮੁੱਦੇ ਵੀ ਲੈਣੇ ਪੈਣਗੇ। ਤਾਂ ਜਦੋਂ ਬਾਕੀ ਮੁੱਦੇ ਲੈਣਗੇ ਉੱਥੇ ਫਿਰ ਦਿੱਕਤ ਆਊਗੀ, ਕਿਉਂਕਿ ਇੱਕ ਵਿਸ਼ੇਸ਼ ਵਰਗ ਦੀ ਇੱਕ ਵਿਸ਼ੇਸ਼ ਮੰਗ ਹੈ ਜਿਹਨੂੰ ਇਹ ਲੈ ਕੇ ਤੁਰੇ ਹੋਏ ਹੈ। ਜੇ ਇਸ ਦੇ ਨਾਲ ਰਾਜਨੀਤਿਕ ਪਾਰਟੀ ਦੇ ਤੌਰ ਤੇ ਉਹ ਰਾਜ ਨੂੰ ਲੈਣਾ ਚਾਹਣਗੇ ਤਾਂ ਉੱਥੇ ਬਹੁਤ ਸਾਰੀਆਂ ਮੰਗਾਂ ਹੋਰ ਵੀ ਸ਼ਾਮਲ ਹੋਣਗੀਆਂ। ਉੱਥੇ EMPLOYEES ਵੀ ਸ਼ਾਮਲ ਹੋਣਗੇ, ਜਾਤੀਗਤ ਰਾਜਨੀਤੀ ਵੀ ਸ਼ਾਮਲ ਹੋਊਗੀ, ਉੱਥੇ ਇੰਟਰ ਸਟੇਟ ਕਨਫਲਿਕਟ ਵੀ ਸ਼ਾਮਲ ਹੋਣਗੇ ਜਿਹੜੇ ਹੋ ਸਕਦਾ ਕਿਸਾਨਾਂ ਦੇ ਵਿੱਚ ਹੀ ਵਿਰੋਧ ਪੈਦਾ ਕਰਦੇ ਨੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਤੱਕ ਦਾ ਅਨੁਭਵ ਹੈ ਜਿਹੜਾ 7 ਮਹੀਨੇ ਅੰਦੋਲਨ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ। 3 ਦਿਨਾਂ ਦੀ ਹੜਤਾਲ ਕੰਟੀਨਿਊ ਕਰਨੀ ਔਖੀ ਹੋ ਜਾਂਦੀ ਹੈ, ਉਹ ਵੀ ਸੜਕ ਤੇ ਬੈਠ ਕੇ। ਜੇ ਉਹਨਾਂ ਨੇ ਇੰਨਾ ਲੰਬਾ ਸਮਾਂ ਅੰਦੋਲਨ ਚਲਾਇਆ, ਸ਼ਾਂਤਮਈ ਚਲਾਇਆ, ਡਿਸਪਲਿਨ ਦੇ ਵਿੱਚ ਚਲਾਇਆ, ਸਰਕਾਰ ਦੇ ਸਾਰਾ ਜ਼ੋਰ ਲਾ ਕੇ ਅੰਦੋਲਨ ਨੂੰ ਖੇਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੇ ਅੰਦੋਲਨ ਨੂੰ ਚਲਾਇਆ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਅੰਦੋਲਨ ਦੀ ਜਿਹੜੀ ਤਾਕਤ ਹੈ, ਜਿਸ ਲਾਈਨ ਨੂੰ ਉਹ ਟੋ ਕਰਕੇ ਚੱਲੇ ਹੋਏ ਆ, ਕਿਤੇ ਨਾ ਕਿਤੇ ਉਹ ਲਾਈਨ ਠੀਕ ਹੈ। ਕਿਸਾਨਾਂ ਨੇ ਜਦੋਂ ਦਾ ਅੰਦੋਲਨ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੁਰਨਾ, ਦਲਿਤ ਭਾਈਚਾਰੇ ਨੂੰ ਜਾਂ ਹੋਰ ਪਿੰਡਾਂ ਦੇ ਵਿੱਚ ਜਿਹੜੇ ਕੰਮੀ ਪਰਿਵਾਰ ਨੇ ਉਹਨਾਂ ਨੂੰ ਨਾਲ ਲੈ ਕੇ ਤੁਰਨਾ। ਪਰ ਤੁਹਾਨੂੰ ਲੱਗਦਾ ਨਹੀਂ ਕਿ ਪਿੰਡਾਂ ਦੇ ਵਿੱਚ ਉਸ ਮਤਲਬ ਕਿ ਭਾਈਚਾਰੇ ਦੀ ਤਾਕਤ ਨੂੰ ਜਾਂ ਉਸ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਵੀ ਹੁਣ ਜ਼ਰੂਰਤ ਜਿਹੜੀ ਹੈ ਅੱਜ ਜੇ ਮਹਿਸੂਸ ਹੋ ਰਹੀ ਹੈ, ਜੇ ਪਹਿਲਾਂ ਹੀ ਸੰਭਾਲ ਲਿਆ ਜਾਂਦਾ ਜਾਂ ਫਿਰ ਹੁਣ ਅੱਗੋਂ ਵੀ ਸੰਭਾਲ ਲਿਆ ਜਾਵੇ ਕਿ ਉਸ ਭਾਈਚਾਰੇ ਨੂੰ ਨਾਲ ਰੱਖਿਆ ਜਾਵੇ? ਜਿਵੇਂ ਹੁਣ ਜ਼ਮੀਨਾਂ ਦਾ ਹੁਣ ਆ ਕੇ ਥੋੜਾ ਜਿਹਾ ਇਹਨਾਂ ਨੂੰ ਲੱਗਦਾ ਕਿ ਹਾਂ ਉਹਨਾਂ ਦੀ ਹਿੱਸੇਦਾਰੀ ਜਿਹੜੀ ਆ ਉਹ ਸ਼ਾਮਲਾਟ ਜ਼ਮੀਨਾਂ ਦੇ ਵਿੱਚ ਜਿਵੇਂ ਵੀ ਬਣਦੀ ਹੈ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਜਿਹੜਾ ਪਹਿਲਾਂ ਬਣਦਾ ਸੀਗਾ, ਜੇ ਕਿਤੇ ਉਹ ਧੱਕਾ ਨਾ ਹੁਣ ਤੱਕ ਕੀਤਾ ਹੁੰਦਾ ਤਾਂ ਅੱਜ ਜ਼ਰੂਰਤ ਨਾ ਪੈਂਦੀ ਕਿ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆਉਣ ਲਈ ਇਹੋ ਜਿਹਾ ਕੁਝ ਕਰਨਾ ਪੈਂਦਾ। ਹੁਣ ਕਈ ਪਿੰਡਾਂ ਦੇ ਵਿੱਚ ਮੈਂ ਕੱਲ ਪੜ੍ਹ ਰਿਹਾ ਸੀ ਕਿ ਕਿਸੇ ਸਰਪੰਚ ਨੇ ਟਰੈਕਟਰ ਖਰੀਦ ਲਿਆ ਕਿ ਸਾਂਝਾ ਟਰੈਕਟਰ ਹੋਏਗਾ, ਜਿਨ੍ਹਾਂ ਦੇ ਕੋਲ ਪਿੰਡ ਦੇ ਵਿੱਚ ਨਹੀਂ ਹੈਗਾ ਉਹ ਇਹਨੂੰ ਵਰਤ ਸਕਦੇ ਨੇ। ਮਤਲਬ ਕਿ ਇਸ ਤਰ੍ਹਾਂ ਦਾ ਏਕੇ ਦੀ ਮਿਸਾਲ ਜਿਹੜੀ ਹੈ ਇਹਨੂੰ ਹੋਰ ਮਜ਼ਬੂਤ ਕਰਨਾ ਪੈਣਾ, ਇਹਨੂੰ ਹੋਰ ਸਮਝਣਾ ਪੈਣਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਜਾਤੀ ਸਮੀਕਰਨ ਨੇ ਉਹਨਾਂ ਨੂੰ ਖਤਮ ਕਰਨਾ ਪੈਣਾ ਤਾਂ ਕਿ ਸਿਆਸੀ ਪਾਰਟੀਆਂ ਬਾਹਰੋਂ ਆ ਕੇ ਉਹਨਾਂ ਨੂੰ ਨਾ ਵਰਤ ਸਕਣ। ਜਿਵੇਂ ਹੁਣ BJP ਨੇ ਕਿਹਾ ਕਿ ਦਲਿਤਾਂ ਨਾਲ ਧੱਕਾ ਹੋ ਰਿਹਾ, ਬਾਕੀ ਧਿਰਾਂ ਵੀ ਕਹਿਣ ਲੱਗ ਗਈਆਂ। ਤਾਂ ਮਤਲਬ ਸਮਝਣਾ ਪੈਣਾ ਕਿ ਜੇ ਪਿੰਡ ਦੇ ਵਿੱਚੋਂ ਇੱਕ ਹੋਵੇ, ਹੁਣ ਸ਼ਹਿਰ ਤਾਂ ਬਹੁਤ ਵੱਡਾ ਆ, ਪਿੰਡ ਦੇ ਵਿੱਚ ਇੱਕ ਭਾਈਚਾਰਾ ਇੱਕ ਦਾਇਰੇ ਦੇ ਵਿੱਚ ਬੈਠਾ ਹੁੰਦਾ, ਉੱਥੇ ਪਤਾ ਹੁੰਦਾ ਵੀ ਆਹ ਘਰ ਕਿਹਨਾਂ ਦਾ, ਆਹ ਘਰ ਕਿਹਨਾਂ ਦਾ, ਇਸ ਕਰਕੇ ਉਹਨਾਂ ਨੂੰ ਜੋੜ ਕੇ ਰੱਖਿਆ ਜਾਵੇ। ਦੇਖੋ ਗੱਲ ਇਹ ਹੁੰਦੀ ਹੈ ਕਿ ਜਿਹੜੇ ਸਾਡੇ ਮੁੱਦੇ ਹੁੰਦੇ ਆ ਉਹਨਾਂ ਨੂੰ ਅਲੱਗ-ਅਲੱਗ ਸੈਗਰੀਗੇਟ ਕੀਤਾ ਜਾਂਦਾ ਹੈ ਜਦੋਂ ਐਜੀਟੇਸ਼ਨ ਹੁੰਦੀ ਹੈ। ਕੁਝ ਸਾਡੇ ਰਾਸ਼ਟਰੀ ਮੁੱਦੇ ਹੁੰਦੇ ਆ, ਕੁਝ ਸਾਡੇ ਅੰਤਰਰਾਸ਼ਟਰੀ ਮੁੱਦੇ ਹੁੰਦੇ ਆ, ਕੁਝ ਸਾਡੇ ਸਥਾਨਕ ਮੁੱਦੇ ਹੁੰਦੇ ਆ ਸੂਬਾ ਪੱਧਰ ਦੇ, ਕੁਝ ਸਾਡੇ ਪਿੰਡ ਪੱਧਰ ਦੇ ਲੋਕਲ ਮੁੱਦੇ ਹੁੰਦੇ ਆ। ਜੇ ਅਸੀਂ ਸਾਰਿਆਂ ਨੂੰ ਰਲਗੱਡ ਕਰ ਲਾਂਗੇ ਤਾਂ ਮਸਲਾ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ। ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ 3 ਕਾਨੂੰਨ ਰੱਦ ਕਰਾਉਣ ਦਾ, MSP ਨੂੰ ਲਾਗੂ ਕਰਾਉਣ ਦਾ ਪ੍ਰਮੁੱਖ ਮੁੱਦਾ ਇਹ ਹੈ। ਇਹ ਮੁੱਦਾ ਜਿਹੜਾ ਹੈਗਾ ਇਹ ਰਾਸ਼ਟਰੀ ਪੱਧਰ ਦਾ ਹੈ।
ਜਦੋਂ ਅਸੀਂ ਲੋਕਲ ਪੱਧਰ ਤੇ ਆ ਕੇ ਗੱਲ ਕਰਦੇ ਹਾਂ ਤਾਂ ਹੋ ਸਕਦਾ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਇਕੱਠੇ ਹੋ ਜਾਣ, ਉਹੀ ਕਿਸਾਨ ਇੱਕ ਪਿੰਡ ਦੇ ਜਿਹੜੇ ਬਾਰਡਰ ਤੇ ਵੱਡੇ ਮੁੱਦੇ ਲਈ ਇਕੱਠੇ ਹੋਏ ਬੈਠੇ ਆ, ਸਰਪੰਚ ਦੀਆਂ ਚੋਣਾਂ 'ਚੋਂ 2 ਧੜੇ ਬਣਾ ਲੈਣ। ਇਸ ਲਈ ਗੱਲ ਇਹ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਇੰਸਟੈਂਸ ਲਿਆ ਹੋਇਆ, ਜਿਹੜੀ ਸਭ ਤੋਂ ਮਹੱਤਵਪੂਰਨ ਕਿਸਾਨੀ ਅੰਦੋਲਨ ਦੀ ਗੱਲ ਹੈ, ਉਹਨਾਂ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ। ਆੜਤੀ ਹੈ ਜਿਹੜਾ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਕਿਸਾਨ ਦੀ ਲੁੱਟ ਕਰਦਾ, ਕਿਸਾਨ ਉਹਦੀ ਵੀ ਨਾਲ ਬਾਂਹ ਫੜੀ ਖੜੇ ਹੈ। ਇਸ ਕਰਕੇ ਪੰਜਾਬ ਦੀ ਕਿਸਾਨੀ ਨੇ ਇਹ ਸਮਝਿਆ ਹੋਇਆ ਹੈ ਕਿ ਜੇ ਅਸੀਂ ਪੂੰਜੀਪਤੀ ਨਿਜ਼ਾਮ, ਜੇ ਅਸੀਂ ਲੈਫਟਿਸਟਾਂ ਦੀ ਭਾਸ਼ਾ 'ਚ ਗੱਲ ਕਰੀਏ, ਉਸ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਉਹਦੇ ਲਈ ਸਾਨੂੰ ਕਿਸਾਨ ਨੂੰ, ਮਜ਼ਦੂਰ ਨੂੰ ਤੇ ਜਿਹੜਾ ਆੜਤੀਆ ਕਿਹਾ ਜਾਂਦਾ, ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ। ਜੇ ਉਹ ਇਕੱਠੇ ਹੋ ਕੇ ਲੜਨਗੇ ਤਾਂ ਹੀ ਉਹ ਸਾਰਿਆਂ ਦਾ ਬਚਾਅ ਹੋ ਸਕਦਾ ਹੈ। ਜਿਹੜੇ ਸਥਾਨਕ ਮੁੱਦੇ ਆ ਉਹ ਬਾਅਦ ਦੇ ਵਿੱਚ ਸੋਚੇ ਜਾ ਸਕਦੇ ਆ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਫਰੰਟ ਇੱਕਦਮ ਨਹੀਂ ਖੋਲੇ ਜਾ ਸਕਦੇ। ਜਿਹੜਾ ਇੱਕ ਮੁੱਦਾ ਉਹ ਲੈ ਕੇ ਚੱਲੇ ਹੈ ਤਾਂ ਉਸ ਮੁੱਦੇ ਦੇ ਉੱਪਰ ਫਿਲਹਾਲ ਜਦੋਂ ਕੋਈ ਫੈਸਲਾ ਹੁੰਦਾ ਹੈ ਤਾਂ ਬੜੀ ਚੰਗੀ ਗੱਲ ਹੈ। ਇਹਨੂੰ ਵਿਸ਼ਫੁਲ ਥਿੰਕਿੰਗ ਅਸੀਂ ਕਹਿੰਦੇ ਆ ਕਿ ਸਾਰਾ ਕੁਝ ਚੰਗਾ ਹੋਣਾ ਚਾਹੀਦਾ ਹੈ, ਭਾਈਚਾਰਾ ਰੱਖਣਾ ਚਾਹੀਦਾ ਹੈ, ਸਾਨੂੰ ਜਾਤੀਗਤ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ, ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਇਹ ਬਹੁਤ ਮਹੱਤਵਪੂਰਨ ਮੁੱਦੇ ਹੈ ਤੇ ਮੈਨੂੰ ਲੱਗਦਾ ਪੰਜਾਬ 'ਚ ਬਹੁਤ ਹੱਦ ਤੱਕ ਇਹਨਾਂ ਮੁੱਦਿਆਂ ਬਾਰੇ ਪੰਜਾਬੀਆਂ ਦੀ ਉਸ ਕਿਸਮ ਦੀ ਰਾਏ ਨਹੀਂ ਹੈ ਜਿਸ ਕਿਸਮ ਦੀ ਯੂਪੀ, ਬਿਹਾਰ ਜਾਂ ਬਾਕੀ ਸੂਬਿਆਂ ਦੇ ਵਿੱਚ ਹੈ। ਪੰਜਾਬ ਦੇ ਵਿੱਚ ਜਾਤੀ ਦੀਆਂ ਲਕੀਰਾਂ ਉਨੀਆਂ ਕਰੜੀਆਂ ਨਹੀਂ ਹੈ। ਪੰਜਾਬ ਦੇ ਵਿੱਚ ਕਿਸਾਨ ਤੇ ਕਿਸਾਨ ਮਜ਼ਦੂਰਾਂ ਦੀ ਹਾਲਤ ਉਸ ਕਿਸਮ ਦੀ ਓਨੀ ਪਤਲੀ ਨਹੀਂ ਹੈ। ਤੇ ਸਭ ਤੋਂ ਪ੍ਰਮੁੱਖ ਗੱਲ ਪੰਜਾਬ ਦੀ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਨਾਲ ਰੋਜ਼ ਰਿਪੋਰਟਾਂ ਆ ਰਹੀਆਂ ਕਿ ਪੰਜਾਬ ਦਾ ਜਿਹੜੀ ਪਹਿਲੇ ਤਲ ਤੇ ਦੂਜੇ ਤਲ ਦਾ ਪਾਣੀ ਖਤਮ ਹੋਣ ਜਾ ਰਿਹਾ ਹੈ, ਜੇ ਪੰਜਾਬ ਦੀ ਧਰਤੀ ਬੰਜਰ ਹੋ ਜੂਗੀ ਤਾਂ ਇੱਥੇ ਨਾ ਕਿਸਾਨ ਨੇ ਬਚਣਾ, ਨਾ ਮਜ਼ਦੂਰ ਨੇ ਬਚਣਾ। ਤੇ ਇਸ ਕਰਕੇ ਬਹੁਤਾ ਪੰਜਾਬ ਦੇ ਵਿੱਚ ਹੁਣ ਜਿਹੜੇ ਕਿਸਾਨੀ ਕਰਨ ਵਾਲੇ ਬੰਦੇ ਆ ਉਹਨਾਂ ਦੇ ਘਰਾਂ 'ਚ ਉਜਾੜਾ ਪਿਆ ਹੋਇਆ। ਉਜਾੜਾ ਇਨ ਦਾ ਸੈਂਸ ਕਿ ਲੋਕ ਬਾਹਰ ਨੂੰ ਜਾ ਰਹੇ ਹੈ। ਹਜ਼ਾਰਾਂ ਕਰੋੜ ਰੁਪਏ ਦੀ ਜਿਹੜੀ ਸਾਡੀ ਹਰ ਸਾਲ ਕੈਪੀਟਲ ਹੈ ਪੰਜਾਬ ਦੀ, ਪੰਜਾਬ ਦਾ ਧਨ ਹੈ, ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਸ਼ਿਫਟ ਹੋ ਜਾਂਦਾ ਹੈ। ਇਹੋ ਜਿਹੇ ਮੌਕੇ ਤੇ ਬਹੁਤ ਜ਼ਰੂਰੀ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ, ਪੰਜਾਬ ਦੀ ਜਿਹੜੀ ਜਾਤੀਗਤ ਸਮੀਕਰਨ ਉਹਨੂੰ ਬਚਾਇਆ ਜਾਵੇ, ਸੱਭਿਆਚਾਰ ਨੂੰ ਬਚਾਇਆ ਜਾਵੇ, ਵਾਤਾਵਰਨ ਨੂੰ ਬਚਾਇਆ ਜਾਵੇ। ਇਹ ਸਾਰੀਆਂ ਗੱਲਾਂ ਬਹੁਤ ਮਹੱਤਵਪੂਰਨ ਹੈ, ਪਰ ਇਹਨਾਂ 'ਚੋਂ ਕਿਸ ਸਟੇਜ ਤੇ ਪਹਿਲਾਂ ਕਿਹਨੂੰ ਬਚਾਇਆ ਜਾਵੇ ਇਹ ਉਹ ਤੋਂ ਵੀ ਮਹੱਤਵਪੂਰਨ ਹੈ। ਬਿਲਕੁਲ। ਮੇਰਾ ਆਖਰੀ ਸਵਾਲ ਹੈ, ਵੈਸੇ ਕਿਸਾਨੀ ਨੂੰ ਲੈ ਕੇ ਹੋਰ ਵੀ ਬੜੇ ਸਵਾਲ ਪੈਦਾ ਹੁੰਦੇ ਨੇ ਜਦੋਂ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਜਦੋਂ ਹੁੰਦੀ ਹੈ, ਪਰ ਜਦੋਂ ਹੁਣ ਅੱਜ ਕਿਸਾਨਾਂ ਦੇ ਉੱਤੇ ਸਿਆਸਤ ਵੀ ਹੋ ਰਹੀ ਹੈ, ਕਿਸਾਨਾਂ ਦੇ ਉੱਤੇ ਵਪਾਰ ਵੀ ਹੋ ਰਿਹਾ। ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਕੋਈ ਹੱਟ ਖੋਲ ਲਈ, ਕਿਸੇ ਨੇ ਕਿਸਾਨ ਹੱਟ ਖੋਲ ਲਈ, ਕਿਸੇ ਨੇ ਕਿਸਾਨ 13 ਬਣਾ ਲਿਆ। ਇਸ ਤਰ੍ਹਾਂ ਕਿਸਾਨਾਂ ਦੇ ਨਾਂ ਤੇ ਵਪਾਰ ਵੀ ਚੱਲ ਰਿਹਾ। ਉਹਨਾਂ ਦੀਆਂ ਚੀਜ਼ਾਂ ਲੈ ਕੇ ਸ਼ਾਇਦ ਉਹਨਾਂ ਨੂੰ ਉਹ ਭਾਅ ਨਹੀਂ ਮਿਲਦਾ ਹੋਣਾ ਜਿਹੜਾ ਇੱਧਰ ਪੈਕਟਾਂ ਦੇ ਵਿੱਚ ਬੰਦ ਹੋ ਕੇ ਲੋਕਾਂ ਤੱਕ ਪਹੁੰਚ ਜਾਂਦਾ। ਕੀ ਚਾਹੀਦਾ ਨਹੀਂ ਕਿ ਕਿਸਾਨਾਂ ਨੂੰ ਉਸ ਪਾਸੇ ਵੱਲ ਵੀ ਪਿੰਡ ਪੱਧਰ ਦੇ ਉੱਤੇ ਇਸ ਤਰ੍ਹਾਂ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ। ਆਪਣੇ ਤੌਰ ਦੇ ਉੱਤੇ ਸੁਸਾਇਟੀਆਂ ਬਣਾ ਕੇ, ਬੜੇ ਵਿਦਵਾਨਾਂ ਨੇ ਪਹਿਲਾਂ ਵੀ ਕਿਹਾ ਕਿ ਸੁਸਾਇਟੀਆਂ ਬਣਾ ਕੇ ਕਿਸਾਨ ਆਪਣੇ ਤੌਰ ਦੇ ਉੱਤੇ ਆਪਣੀਆਂ ਕਿਸਾਨ ਹੱਟ ਬਣਾਉਣ, ਹਰੇਕ ਪਿੰਡ ਦੀ ਬਣੀ ਹੋਵੇ, ਉਹ ਵਪਾਰ ਉਸ ਤਰੀਕੇ ਨਾਲ ਵੀ ਚੱਲ ਸਕਦਾ ਬਜਾਏ ਇਸ ਦੇ ਕਿ ਸਰਕਾਰਾਂ ਵੱਲ ਜਾਣਾ ਪਏ। ਤੁਹਾਡਾ ਵਾਜਬ ਸਵਾਲ ਹੈ। ਦੇਖੋ, 2 ਗੱਲਾਂ ਇਹ ਹੁੰਦੀਆਂ ਕਿ ਜਦੋਂ ਸੰਘਰਸ਼ ਦੇ ਰਾਹ ਤੇ ਕੋਈ ਕੌਮ ਜਾਂ ਕੋਈ ਧਿਰ ਜਾਂ ਕੋਈ ਕਿੱਤੇ ਵਾਲੇ ਵਿਅਕਤੀ ਤੁਰੇ ਹੋਣ ਤਾਂ ਉਸ ਦੇ ਵਿੱਚ ਇੰਟਰਨਲ ਡਿਵੈਲਪਮੈਂਟ ਦੀਆਂ ਗੱਲਾਂ ਫਾਰ ਦਾ ਟਾਈਮ ਬੀਇੰਗ ਪਿੱਛੇ ਰਹਿ ਜਾਂਦੀਆਂ। ਅੱਜ ਹਾਲਾਤ ਇਹ ਬਣੇ ਹੋਏ ਹੈ ਕਿ ਜਦੋਂ ਉਹ ਕਿਸਾਨ ਜਿਹੜੇ ਉੱਥੇ ਬੈਠੇ ਹੈ ਉਹ ਉੱਥੋਂ 7 ਮਹੀਨਿਆਂ ਬਾਅਦ, 10 ਮਹੀਨਿਆਂ ਬਾਅਦ ਜਾਂ 1 ਸਾਲ ਬਾਅਦ ਜਦੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਜਾਂ ਕੋਈ ਸਮਝੌਤਾ ਹੁੰਦਾ ਹੈ, ਉਹ ਵਾਪਸ ਆਉਣਗੇ ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦੀ ਚੇਤਨਾ ਜਾਗੂਗੀ। ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਕਮ ਸੇ ਕਮ ਪਿਛਲੇ 3 ਮਹੀਨਿਆਂ 'ਚ ਮੈਂ ਨਿੱਜੀ ਤੌਰ ਤੇ ਦੇਖਿਆ ਬਹੁਤ ਸਾਰੇ ਕਿਸਾਨਾਂ ਦੇ ਮੁੰਡੇ ਆਪਦੀ ਕਾਰ ਦੇ ਵਿੱਚ ਸਬਜ਼ੀ ਰੱਖ ਕੇ, ਆਪਦੇ ਟਰੈਕਟਰਾਂ ਦੇ ਵਿੱਚ ਸਬਜ਼ੀ ਰੱਖ ਕੇ ਉਹ ਮਾਰਕੀਟ ਦੇ ਵਿੱਚ ਵੇਚਣ ਆਉਣਾ ਸ਼ੁਰੂ ਹੋ ਗਏ ਹੈ, ਜਿਹੜੀ ਇੱਕ ਨਵੀਂ ਕਿਸਮ ਦੀ ਚੇਤਨਾ ਹੈ। ਦੂਸਰੀ ਗੱਲ, ਘੱਟੋ ਘੱਟ ਜਿਹੜੀ ਇਹ ਕਿਸਾਨੀ ਅੰਦੋਲਨ ਹੈ, ਇਸ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਐਸੀ ਚੇਤਨਾ ਜਗਾਈ ਹੈ ਕਿ ਪੰਜਾਬ ਦੇ ਘਰ ਘਰ ਦੇ ਵਿੱਚ, ਪੰਜਾਬ ਦੇ ਹਰ ਵਿਅਕਤੀ ਕੋਲੇ ਇਹ ਗੱਲ ਪਹੁੰਚ ਗਈ ਹੈ ਕਿ ਅਸਲ 'ਚ ਉਹਨਾਂ ਦੀ ਬਿਮਾਰੀ ਦੀ ਜੜ ਕਿੱਥੇ ਹੈ। ਤੀਸਰੀ ਮਹੱਤਵਪੂਰਨ ਗੱਲ, ਹੁਣ ਤੱਕ ਪੰਜਾਬ ਬਾਰੇ ਇਹ ਕਿਹਾ ਜਾਂਦਾ ਸੀ ਕਿ ਸਾਰਾ ਪੰਜਾਬ ਨਸ਼ਿਆਂ ਦੇ ਵਿੱਚ ਗਲਤਾਨ ਹੈ, ਚਿੱਟਾ ਪੀ ਕੇ ਪਿਆ ਰਹਿੰਦਾ। ਹੁਣ ਕਮ ਸੇ ਕਮ ਉਹ ਜਿਹੜੀ ਰਾਏ ਹੈ ਪੰਜਾਬੀਆਂ ਬਾਰੇ ਉਹ ਵੀ ਤੋੜੀ ਹੈ ਕਿਸਾਨ ਅੰਦੋਲਨ ਨੇ।
ਇਸ ਤੋਂ ਅਗਲੀ ਪ੍ਰਮੁੱਖ ਗੱਲ ਇਹ ਮੰਨਿਆ ਜਾਂਦਾ ਸੀ ਕਿ ਕਿਸਾਨ ਤੇ ਵਿਸ਼ੇਸ਼ ਤੌਰ ਤੇ ਸਿੱਖ ਉਹਨਾਂ ਨੂੰ ਸੀਰੀਅਲਾਂ ਦੇ ਵਿੱਚ, ਟੀਵੀ ਦੇ ਵਿੱਚ ਮਜ਼ਾਕੀਆ ਕਰੈਕਟਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਸੀ ਕਿ ਇਹ ਕੁਛ ਕਰਨ ਜੋਗਰੇ ਨਹੀਂ ਹੈ। ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੇ ਮੋਹਰੀ ਬਣ ਕੇ ਲਕੀਰ ਕੱਢ ਕੇ ਇਹ ਦਿਖਾਤਾ ਹੈ ਕਿ ਇਹ ਲੜਨ ਵੀ ਜਾਣਦੇ ਆ, ਸੰਘਰਸ਼ ਕਰਨ ਵੀ ਜਾਣਦੇ ਆ, ਭਾਵੇਂ ਉਹ ਅਬਦਾਲੀ ਦਾ ਹਮਲਾ ਹੋਵੇ, ਭਾਵੇਂ ਉਹ ਘੱਲੂ ਘਾਰੇ ਹੋਣ, ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ, 71-73 ਦੀਆਂ ਪਾਕਿਸਤਾਨ ਨਾਲ ਜੰਗਾਂ ਹੋਣ, 62 ਦੀ ਚੀਨ ਦੀ ਲੜਾਈ ਹੋਵੇ, ਉੱਥੇ ਇਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਸਾਰਿਆਂ ਨੇ ਦੇਖਿਆ। ਤੇ ਅੱਜ ਵੀ ਪੰਜਾਬ ਭਾਵੇਂ ਛੋਟਾ ਸੂਬਾ ਹੈ, ਮੋਹਰੀ ਹੋ ਕੇ ਲੜ ਰਿਹਾ ਹੈ। ਇਸ ਕਰਕੇ ਮੈਂ ਇਹ ਮੰਨ ਕੇ ਚੱਲਦਾ ਹੈ ਕਿ ਇਹਦੇ ਨਾਲ ਨਵੀਂ ਚੇਤਨਾ ਆਊਗੀ, ਪਰ ਨਵੀਂ ਚੇਤਨਾ ਦਾ ਫਾਇਦਾ ਉਦੋਂ ਹੀ ਹੋਊਗਾ ਜਦੋਂ ਕੋਈ ਉੱਥੇ ਸਮਝੌਤਾ ਹੋਊਗਾ। ਜਦੋਂ ਅੱਧਾ ਪੰਜਾਬ ਸੜਕਾਂ ਤੇ ਬੈਠਾ ਹੋਵੇ, ਉਸ ਸਮੇਂ ਡਿਵੈਲਪਮੈਂਟ ਦੀ ਹੱਟ ਦੀ ਗੱਲ ਜਾਂ ਦੂਜੀ ਤੀਜੀ ਗੱਲ ਇਹ ਕੁਝ ਵਿਅਕਤੀ ਭਾਵੇਂ ਵਿਕੋ ਲਿਤਰੇ ਰੂਪ ਦੇ ਵਿੱਚ ਕਰੀ ਜਾਣ, ਪਰ ਉਹ ਪੋਸੀਬਲ ਨਹੀਂ ਹੁੰਦਾ, ਕਿਉਂਕਿ ਜੰਗ ਜਾਂ ਲੜਾਈ ਦੇ ਵਿੱਚ ਸਾਰਾ ਧਿਆਨ ਉਸ ਪਾਸੇ ਲੱਗਿਆ ਹੁੰਦਾ ਹੈ। ਕਿਸਾਨੀ ਦੀ ਲੀਡਰਸ਼ਿਪ, ਕਿਸਾਨੀ ਦੇ ਮੋਹਤਬਰ ਬੰਦੇ ਅਜੇ ਉੱਥੇ ਬੈਠੇ ਹੋਏ ਹੈ। ਜਦੋਂ ਉੱਥੋਂ ਨਵੀਂ ਚੇਤਨਾ ਲੈ ਕੇ ਵਾਪਸ ਆਉਣਗੇ ਤਾਂ ਕੁਦਰਤੀ ਤੌਰ ਤੇ ਉਹਨਾਂ ਦੇ ਐਕਸਪੋਜ਼ਰ ਦਾ ਫਰਕ ਹੋਊਗਾ, ਸੋਚ ਦਾ ਫਰਕ ਹੋਊਗਾ। ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਹ ਇੱਧਰ ਵੀ ਧਿਆਨ ਦੇਣਗੇ। ਬਿਲਕੁਲ, ਸ਼ੁਕਰੀਆ ਸੰਧੂ ਸਾਹਿਬ, ਧੰਨਵਾਦ। ਧੰਨਵਾਦ। ਸੋ ਮੇਰੇ ਨਾਲ ਖਬਰਾਂ ਟੌਪ ਦੀਆਂ ਦੇ ਵਿੱਚ ਮੌਜੂਦ ਸਨ ਐਕਸਪਰਟ ਸਾਡੇ ਸਤਨਾਮ ਸਿੰਘ ਸੰਧੂ ਸਾਹਿਬ। ਅਸੀਂ ਗੱਲਬਾਤ ਕੀਤੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ। ਹਾਲਾਂਕਿ ਜਿਹੜੀ ਚੇਤਨਾ ਕਿਸਾਨਾਂ ਦੇ ਵਿੱਚ ਅੱਜ ਜਾਗੀ ਹੋਈ ਹੈ ਜਾਂ ਕਿਸਾਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਤਾਕਤ ਬਣੀ ਹੋਈ ਹੈ, ਉਸ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ, ਕਿਉਂਕਿ ਲੀਡਰਸ਼ਿਪ ਦੇ ਥੱਲੇ ਹੀ ਜਿਹੜਾ ਉਹ ਅੱਜ ਕਿਸਾਨ ਜਿਹੜੇ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਹੋਏ ਨੇ। ਜਦੋਂ ਪੰਜਾਬ ਪਰਤਣਗੇ ਤਾਂ ਇੱਥੇ ਆ ਕੇ ਵੀ ਉਸ ਜਿਹੜੀ ਤਾਕਤ ਨੂੰ ਸੰਭਾਲਣ ਦੇ ਲਈ ਜ਼ਰੂਰੀ ਹੈ ਕਿ ਉਸ ਨੂੰ ਇੱਕ ਦਾਇਰੇ ਦੇ ਵਿੱਚ ਰੱਖ ਕੇ ਉਸ ਨੂੰ ਅੱਗੇ ਅਗਵਾਈ ਦਿੱਤੀ ਜਾਵੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।